ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ ਕਲਾਸ। ਅੱਜ ਦੀ ਇਸ ਵੀਡੀਓ ਦੇ ਵਿੱਚ ਬੇਟਾ ਅਸੀਂ ਇੱਕ ਸੈਂਪਲ ਪੇਪਰ ਰਿਵਾਈਜ਼ ਕਰਾਂਗੇ ਤਾਂ ਕਿ ਸਾਡੀ ਤਿਆਰੀ ਹੋ ਸਕੇ ਅੱਛੀ ਤਰ੍ਹਾਂ, ਤੁਹਾਨੂੰ ਪਤਾ ਲੱਗ ਜੇ ਪੇਪਰ ਦਾ ਪੈਟਰਨ ਕਿਵੇਂ ਹੈ ਤੇ ਪੇਪਰ ਅਸੀਂ ਕਿਸ ਤਰੀਕੇ ਕਰਨਾ ਹੈ। ਤਾਂ ਆਪਾਂ ਸਟਾਰਟ ਕਰਦੇ ਹਾਂ। ਰੀਡ ਦਾ ਗਿਵਨ ਪੈਸੇਜ ਐਂਡ ਆਨਸਰ ਦਾ ਕੁਐਸਚਨਸ ਦੈਟ ਫਾਲੋ। ਆਪਾਂ ਇਸ ਪੈਸੇਜ ਨੂੰ ਪੜ੍ਹ ਕੇ ਕੁਐਸਚਨਸ ਦੇ ਆਨਸਰ ਦੇਣੇ ਆ। Dance is a performing art comprising a series of movements and steps that are synchronized to match the speed and rhythm of music. ਡਾਂਸ ਕੀ ਹੈ? ਡਾਂਸ ਇੱਕ ਪਰਫਾਰਮਿੰਗ ਕਲਾ ਹੈ ਜਿਹਦੇ ਵਿੱਚ ਮੂਵਮੈਂਟਸ ਅਤੇ ਸਟੈਪਸ ਦੀ ਇੱਕ ਲੜੀ ਹੁੰਦੀ ਹੈ ਜੋ ਕਿ ਮਿਊਜ਼ਿਕ ਦੀ ਸਪੀਡ ਅਤੇ ਰਿਦਮ ਦੇ ਨਾਲ ਨਾਲ ਮੈਚ ਕੀਤੀ ਜਾਂਦੀ ਹੈ। ਇਟ ਇਜ਼ accompanied by gestures and expressions which explain the theme contained in the music. ਇਹਦੇ ਵਿੱਚ ਐਕਸਪ੍ਰੈਸ਼ਨਸ ਅਤੇ ਜੈਸਚਰਸ ਮੀਨਿੰਗ ਇਸ਼ਾਰਿਆਂ ਦੇ ਨਾਲ ਮਿਊਜ਼ਿਕ ਦੇ ਥੀਮ ਨੂੰ ਐਕਸਪਲੇਨ ਕੀਤਾ ਜਾਂਦਾ ਹੈ। ਵਨ ਕੈਨ ਡਾਂਸ ਅਲੋਨ ਔਰ ਵਿਦ ਏ ਪਾਰਟਨਰ ਇਨ ਏ ਗਰੁੱਪ। ਕੋਈ ਵੀ ਵਿਅਕਤੀ ਇਕੱਲਾ ਵੀ ਡਾਂਸ ਕਰ ਸਕਦਾ ਹੈ ਅਤੇ ਗਰੁੱਪ ਦੇ ਵਿੱਚ ਵੀ ਡਾਂਸ ਕਰ ਸਕਦਾ ਹੈ। ਰਿਦਮ ਐਂਡ ਮੂਵਮੈਂਟਸ ਆਰ ਫੰਡਾਮੈਂਟਲ ਟੂ ਡਾਂਸ। ਨੱਚਣ ਦੇ ਲਈ ਰਿਦਮ ਅਤੇ ਮੂਵਮੈਂਟਸ ਹੈ ਜਿਹੜੀਆਂ ਉਹ ਫੰਡਾਮੈਂਟਲ ਹੈ, ਮਤਲਬ ਬੁਨਿਆਦੀ ਹੈ। ਇੰਡੀਆ ਹੈਜ਼ ਏ ਰਿਚ ਕਲਚਰਲ ਟਰਡੀਸ਼ਨ। ਇੰਡੀਆ ਦੀ ਜੋ ਕਲਚਰਲ ਟਰਡੀਸ਼ਨ ਹੈ, ਜੋ ਸੱਭਿਆਚਾਰਕ ਪਰੰਪਰਾ ਬਹੁਤ ਹੀ ਅਮੀਰ ਹੈ। ਡਾਂਸ ਇਜ਼ ਏ ਪਾਰਟ ਆਫ ਆਵਰ ਰਿਚ ਕਲਚਰਲ ਹੈਰੀਟੇਜ। ਡਾਂਸ ਹੈ ਜਿਹੜਾ ਉਹ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਇੱਕ ਹਿੱਸਾ ਹੈ। ਇਟ ਇਜ਼ ਐਜ਼ ਵੇਰੀਡ ਐਜ਼ ਦਾ ਲੈਂਡ ਇਟ ਸੈਲਫ। ਇਹ ਜਿਹੜਾ ਡਾਂਸ ਹੈ ਇਹ ਜਿਸ ਤਰ੍ਹਾਂ ਜ਼ਮੀਨਾਂ ਵੱਖਰੀਆਂ ਵੱਖਰੀਆਂ ਉਸੇ ਤਰ੍ਹਾਂ ਡਾਂਸ ਵੀ ਅਲੱਗ-ਅਲੱਗ ਹੈ। ਇਟ ਬੀਅਰਸ ਐਨ ਅੰਡਰਲਾਈਂਗ ਯੂਨਿਟੀ। ਪਰ ਫਿਰ ਵੀ ਇਹਦੇ ਅੰਦਰ ਇੱਕ ਯੂਨਿਟੀ ਹੈ ਵਿਚ ਬਾਈਂਡਸ ਦ ਪੀਪਲ ਆਫ ਦਾ ਕੰਟਰੀ ਟੂਗੈਦਰ, ਜਿਹੜੀ ਕਿ ਦੇਸ਼ ਦੇ ਲੋਕਾਂ ਨੂੰ ਆਪਸ ਦੇ ਵਿੱਚ ਜੋੜ ਕੇ ਰੱਖਦੀ ਹੈ, ਇਕੱਠਿਆਂ ਰੱਖਦੀ ਹੈ। ਦ ਡਾਂਸਿਸ ਆਫ ਇੰਡੀਆ ਆਰ ਐਨ ਐਕਸਪ੍ਰੈਸ਼ਨ ਆਫ ਆਵਰ ਐਨੀਸ਼ੈਂਟ ਸਿਵਲਾਈਜੇਸ਼ਨ। ਜਿਹੜੇ ਇੰਡੀਆ ਦੇ ਡਾਂਸ ਹੈ ਉਹ ਸਾਡੀ ਐਨੀਸ਼ੈਂਟ ਸਿਵਲਾਈਜੇਸ਼ਨ ਮਤਲਬ ਜੋ ਪ੍ਰਾਚੀਨ ਸਭਿਅਤਾ ਹੈ ਉਹਨਾਂ ਨੂੰ ਐਕਸਪ੍ਰੈਸ ਕਰਦੇ ਹੈ। ਐਜ਼ ਐਨ ਅਨਬ੍ਰੋਕਨ ਟਰਡੀਸ਼ਨ ਆਫ ਓਵਰ 2000 ਈਅਰਸ। ਪਿਛਲੇ 2000 ਸਾਲਾਂ ਤੋਂ ਇੰਡੀਆ ਵਿੱਚ ਡਾਂਸ ਹੈ ਜਿਹੜਾ ਇਹ ਲਗਾਤਾਰ ਇਹ ਪਰੰਪਰਾ ਸਾਡੇ ਚੱਲ ਰਹੀ ਹੈ, ਕਦੇ ਵੀ ਵਿੱਚੋਂ ਨਹੀਂ ਇਹ ਖਤਮ ਨਹੀਂ ਹੋਈ। ਇਟਸ ਥੀਮਸ ਆਰ ਡਰਾਈਵਡ ਫਰੋਮ ਮੈਥੋਲੋਜੀ, ਲੀਜੈਂਡਸ ਐਂਡ ਕਲਾਸੀਕਲ ਲਿਟਰੇਚਰ। ਇਹਦੇ ਥੀਮ ਕੀ ਹੈ? ਮਿਥਿਹਾਸ ਹੈ, ਕਥਾਵਾਂ ਹੈ ਅਤੇ ਕਲਾਸੀਕਲ ਲਿਟਰੇਚਰ ਹੈ। ਦੇਰ ਆਰ ਟੂ ਮੇਨ ਡਾਂਸ ਫਾਰਮਸ ਇਨ ਇੰਡੀਆ। ਇੰਡੀਆ ਦੇ ਵਿੱਚ ਡਾਂਸ ਦੀਆਂ ਮੇਨ ਦੋ ਕਿਸਮਾਂ ਹੈ। ਦੀਜ਼ ਆਰ ਫੋਕ ਡਾਂਸ ਐਂਡ ਕਲਾਸੀਕਲ ਡਾਂਸ। ਇਹ ਹੈਗੇ ਆ ਲੋਕ ਨਾਚ ਅਤੇ ਦੂਸਰੇ ਹੈਗੇ ਆ ਕਲਾਸੀਕਲ। ਇੰਡੀਅਨ ਕਲਾਸੀਕਲ ਡਾਂਸਿਸ ਫਾਲੋ ਦਾ ਪ੍ਰਿੰਸੀਪਲਸ ਐਂਡ ਰੂਲਸ ਲੇਡ ਡਾਊਨ ਬਾਏ ਭਾਰਤ ਮੁਨੀ ਇਨ ਹਿਜ਼ ਨਾਟਿਆ ਸ਼ਾਸਤਰਾ ਏਜਿਸ ਐਗੋ। ਨਾਟਿਆ ਸ਼ਾਸਤਰ ਦੇ ਵਿੱਚ ਸੈਂਕੜੇ ਸਾਲ ਪਹਿਲਾਂ ਜਿਹੜੇ ਡਾਂਸ ਦੇ ਸਿਧਾਂਤ ਸੀਗੇ, ਪ੍ਰਿੰਸੀਪਲ ਸੀ, ਜਿਹੜੇ ਜੋ ਉਹਨਾਂ ਦੇ ਨਿਯਮ ਸੀ, ਉਹਨਾਂ ਨੂੰ ਹੀ ਇਹ ਜਿਹੜੇ ਇੰਡੀਅਨ ਕਲਾਸੀਕਲ ਡਾਂਸ ਹੈ ਫਾਲੋ ਕਰਦੇ ਪਏ ਆ ਅੱਜ ਵੀ। There are 180 styles of Indian dances and 101 of these are described in the Natya Shastra. ਜਿਹੜੇ ਇੰਡੀਅਨ ਡਾਂਸ ਹੈ ਉਹਨਾਂ ਦੇ 180 ਸਟਾਈਲ ਹੈ ਅਤੇ ਉਹਨਾਂ ਦੇ ਵਿੱਚੋਂ ਜਿਹੜੇ 101 ਹੈ ਉਹ ਨਾਟਿਆ ਸ਼ਾਸਤਰ ਦੇ ਵਿੱਚ ਉਹਨਾਂ ਨੂੰ ਡਿਸਕਰਾਈਬ ਕੀਤਾ ਗਿਆ, ਉਹਨਾਂ ਨੂੰ ਦਰਸਾਇਆ ਗਿਆ। Most of these dance styles are depicted on the walls and pillars of the famous Indian temples. ਇਹਨਾਂ ਦੇ ਵਿੱਚੋਂ ਜਿਹੜੇ ਜ਼ਿਆਦਾ ਕਰਕੇ ਡਾਂਸ ਹੈਗੇ ਹੈ ਉਹਨਾਂ ਨੂੰ ਇੰਡੀਆ ਦੇ ਜਿਹੜੇ ਫੇਮਸ ਟੈਂਪਲਸ ਹੈ ਉਹਨਾਂ ਦੀਆਂ ਕੰਧਾਂ ਦੇ ਉੱਤੇ ਅਤੇ ਉਹਨਾਂ ਦੇ ਪਿਲਰਸ ਦੇ ਉੱਪਰ ਦਿਖਾਇਆ ਗਿਆ, ਡਿਪਿਕਟ ਕੀਤਾ ਗਿਆ। ਆਫ ਦਾ ਕਲਾਸੀਕਲ ਡਾਂਸਿਸ ਆਫ ਇੰਡੀਆ 5 ਆਰ ਫੇਮਸ ਆਲ ਓਵਰ ਦਾ ਵਰਲਡ। ਭਾਰਤ ਦੇ ਜਿਹੜੇ 5 ਕਲਾਸੀਕਲ ਡਾਂਸ ਹੈਗੇ ਹੈ ਉਹ ਵਰਲਡ ਦੇ ਵਿੱਚ ਬਹੁਤ ਹੀ, ਉਹਨਾਂ ਵਿੱਚੋਂ 5 ਹੈ ਜਿਹੜੇ ਉਹ ਭਾਰਤ ਵਿੱਚ ਵਰਲਡ ਵਿੱਚ ਬਹੁਤ ਮਸ਼ਹੂਰ ਹੈ। ਦੀਜ਼ ਆਰ ਭਾਰਤ ਨਾਟਿਅਮ। ਇਹ ਹੈਗੇ ਕਿਹੜੇ ਕਿਹੜੇ ਹੈ? ਭਾਰਤ ਨਾਟਿਅਮ ਹੈ, ਕਥਕਲੀ ਹੈ, ਮਨੀਪੁਰੀ ਹੈ, ਕੱਥਕ ਅਤੇ ਓਡੀਸੀ ਹੈ। ਅਦਰ ਪ੍ਰੋਮੀਨੈਂਟ ਡਾਂਸਿਸ ਆਰ ਕੁਚੀਪੁੜੀ ਆਫ ਆਂਧਰਾ ਪ੍ਰਦੇਸ਼ ਐਂਡ ਮੋਹਨੀ ਆਟਮ ਆਫ ਕੇਰਲਾ। ਅਤੇ ਇਹ ਹੋਰ ਜਿਹੜੇ ਮਸ਼ਹੂਰ ਹੈਗੇ ਹੈ ਉਹ ਹੈ ਆਂਧਰਾ ਪ੍ਰਦੇਸ਼ ਦਾ ਕੁਚੀਪੁੜੀ ਅਤੇ ਕੇਰਲਾ ਦਾ ਮੋਹਿਨੀ ਆਟਮ। ਤਾਂ ਬੇਟਾ ਕੁਐਸਚਨਸ ਡਿਸਕਸ ਕਰਦੇ ਹਾਂ। ਵਟ ਕਾਈਂਡ ਆਫ ਆਰਟ ਇਜ਼ ਡਾਂਸ। ਡਾਂਸ ਕਿਸ ਤਰ੍ਹਾਂ ਦਾ ਆਰਟ ਹੈ? ਤਾਂ ਆਨਸਰ ਹੈ ਪਰਫਾਰਮਿੰਗ, ਆਪਸ਼ਨ ਡੀ। ਵਟ ਇਜ਼ ਫੰਡਾਮੈਂਟਲ ਟੂ ਡਾਂਸ। ਡਾਂਸ ਦੇ ਫੰਡਾਮੈਂਟਲ ਕੀ ਹੈ?
ਤਾਂ ਆਨਸਰ ਹੈ ਰਿਦਮ ਐਂਡ ਮੂਵਮੈਂਟਸ, ਆਪਸ਼ਨ ਸੀ। ਨੈਕਸਟ ਇਜ਼ ਵਟ ਟਾਈਪ ਆਫ ਕਲਚਰਲ ਟ੍ਰਡੀਸ਼ਨ ਡਜ਼ ਇੰਡੀਆ ਹੈਵ। ਇੰਡੀਆ ਦਾ ਸੱਭਿਆਚਾਰਕ ਪਰੰਪਰਾ ਇੰਡੀਆ ਦੀ ਕਿਸ ਟਾਈਪ ਦੀ ਹੈ, ਤਾਂ ਬਹੁਤ ਰਿਚ ਹੈ, ਆਨਸਰ ਬੀ ਆਪਸ਼ਨ ਰਿਚ। ਨੰਬਰ 4 ਵਟ ਬਾਈਂਡਸ ਦ ਪੀਪਲ ਆਫ ਏ ਕੰਟਰੀ ਟੂਗੈਦਰ। ਦੇਸ਼ ਦੇ ਲੋਕਾਂ ਨੂੰ ਕਿਹੜੀ ਚੀਜ਼ ਹੈ ਜਿਹੜੀ ਬਾਈਂਡ ਕਰਕੇ ਰੱਖਦੀ ਹੈ ਜਾਂ ਬੰਨ੍ਹ ਕੇ ਰੱਖਦੀ ਹੈ, ਉਹ ਹੈ ਡਾਂਸ, ਆਪਸ਼ਨ ਡੀ। ਹਾਊ ਓਲਡ ਇਜ਼ ਦ ਟ੍ਰਡੀਸ਼ਨ ਆਫ ਇੰਡੀਅਨ ਡਾਂਸਿਸ। ਇੰਡੀਅਨ ਡਾਂਸਿਸ ਦੀ ਜੋ ਪਰੰਪਰਾ ਹੈ ਉਹ ਕਿੰਨੀ ਪੁਰਾਣੀ ਹੈ, 2000 ਸਾਲ, 2000 ਈਅਰਸ, ਆਪਸ਼ਨ ਸੀ। ਨੈਕਸਟ ਇਜ਼ ਦ ਮੇਨ ਫਾਰਮਸ ਆਫ ਇੰਡੀਅਨ ਡਾਂਸ ਆਰ। ਇੰਡੀਅਨ ਡਾਂਸ ਦੀਆਂ ਜਿਹੜੀਆਂ ਮੇਨ ਟਾਈਪਸ ਆ ਉਹ ਕਿਹੜੀਆਂ ਕਿਹੜੀਆਂ ਹੈ, ਏ ਆਪਸ਼ਨ ਫੋਕ ਐਂਡ ਕਲਾਸੀਕਲ। ਇੱਕ ਤਾਂ ਹੈ ਲੋਕ ਨਾਚ, ਦੂਸਰਾ ਹੈ ਕਲਾਸੀਕਲ ਡਾਂਸ। ਕੁਐਸਚਨ ਨੰਬਰ 7 ਦ ਪ੍ਰਿੰਸੀਪਲਸ ਆਫ ਇੰਡੀਅਨ ਕਲਾਸੀਕਲ ਡਾਂਸ ਵਾਰ ਲੇਡ ਡਾਊਨ ਬਾਈ। ਜਿਹੜਾ ਇੰਡੀਅਨ ਕਲਾਸੀਕਲ ਡਾਂਸ ਹੈ ਉਹਦੇ ਪ੍ਰਿੰਸੀਪਲ ਕਿਹਨਾਂ ਨੇ ਬਣਾਏ ਸੀ, ਉਹ ਹੈ ਭਾਰਤ ਮੁਨੀ, ਆਪਸ਼ਨ ਏ। ਨੈਕਸਟ ਇਜ਼ ਰਾਈਟ 2 ਨੇਮਸ ਆਫ ਕਲਾਸੀਕਲ ਡਾਂਸਿਸ ਆਫ ਇੰਡੀਆ। ਬੇਟਾ ਸਾਨੂੰ ਜਿਹੜੀਆਂ ਆਪਸ਼ਨਸ ਦਿੱਤੀਆਂ ਹੋਈਆਂ ਉਹਦੇ ਅਕੋਰਡਿੰਗਲੀ ਸਾਡੇ ਕੁਐਸਚਨ ਹੋਣਾ ਚਾਹੀਦਾ ਹੈ ਇੰਡੀਅਨ ਡਾਂਸਿਸ। ਤਾਂ ਅਗਰ ਆਪਾਂ ਇੱਥੇ ਇੰਡੀਅਨ ਡਾਂਸਿਸ ਕਰ ਦਈਏ ਤਾਂ ਫਿਰ ਸਾਡੀ ਰਾਈਟ ਆਪਸ਼ਨ ਆ ਜਾਏਗੀ ਫੋਕ ਐਂਡ ਕਲਾਸੀਕਲ, ਆਪਸ਼ਨ ਸੀ। ਇੱਕ ਕਰੈਕਸ਼ਨ ਬੇਟਾ ਜ਼ਰੂਰੀ ਕਰਨੀ ਹੈ। ਨੈਕਸਟ ਹੈ ਕੁਐਸਚਨ ਨੰਬਰ 9 ਹਾਊ ਮੈਨੀ ਡਾਂਸ ਸਟਾਈਲਸ ਆਰ ਦੇਅਰ ਇਨ ਇੰਡੀਆ। ਇੰਡੀਆ ਵਿੱਚ ਡਾਂਸ ਦੇ ਕਿੰਨੇ ਸਟਾਈਲ ਹੈ, ਤਾਂ 180, 180 ਸਟਾਈਲ ਹੈ, ਆਪਸ਼ਨ ਡੀ। ਨੈਕਸਟ ਹੈ ਮੋਸਟ ਆਫ ਦੀਜ਼ ਡਾਂਸ ਸਟਾਈਲਸ ਆਰ ਡਿਪਿਕਟਡ ਔਨ ਦ ਵਾਲਸ ਐਂਡ ਪਿਲਰਸ। ਇਹ ਜਿਹੜੇ ਜ਼ਿਆਦਾ ਕਰਕੇ ਡਾਂਸ ਸਟਾਈਲ ਹੈ ਉਹ ਸਾਡੇ ਜਿਹੜੇ ਫੇਮਸ ਮੰਦਰ ਹੈਗੇ ਆ ਉਹਨਾਂ ਦੀਆਂ ਦੀਵਾਰਾਂ 'ਤੇ ਪਿਲਰਸ ਦੇ ਉੱਪਰ ਹੈਗੇ ਆ। ਤਾਂ ਇਸ ਕਰਕੇ ਸੈਂਟੈਂਸ ਨੂੰ ਆਪਾਂ ਕੰਪਲੀਟ ਕਰਦੇ ਹਾਂ। ਤਾਂ ਕੰਪਲੀਟ ਕਰਕੇ ਆਪਾਂ ਇਹਨੂੰ ਲਿਖਦੇ ਹਾਂ ਵਾਲਸ ਐਂਡ ਪਿਲਰਸ ਆਫ ਫੇਮਸ ਟੈਂਪਲਸ। ਤਾਂ ਫਿਰ ਸਾਡਾ ਜੋ ਇਹ ਆ ਜਾਏਗਾ ਆਨਸਰ ਆ ਜਾਏਗਾ ਦੈਟ ਮਸਟ ਬੀ ਟਰੂ। ਨੈਕਸਟ ਹੈ ਕੁਐਸਚਨਸ 11 to 30 ਆਰ ਬੇਸਡ ਔਨ ਟੈਕਸਟ ਬੁੱਕ। ਕੁਐਸਚਨ ਨੰਬਰ 11 ਹੂ ਇਜ਼ ਦ ਆਊਥਰ ਆਫ ਦ ਲੈਸਨ ਹਸਨਸ ਅਟੈਂਡੈਂਸ ਪ੍ਰੋਬਲਮ। ਆਪਾਂ ਇਹ ਦੱਸਣਾ ਹੈ ਕਿ ਇਸ ਚੈਪਟਰ ਦਾ ਆਊਥਰ ਕੌਣ ਹੈ, ਤਾਂ ਆਨਸਰ ਹੈ ਸੁਧਾ ਮੂਰਤੀ, ਆਪਸ਼ਨ ਏ। ਨੈਕਸਟ ਇਜ਼ ਹਾਊ ਓਲਡ ਵਾਜ਼ ਹਸਨ ਵੈਨ ਹੀ ਮੈਟ ਦ ਨਰੇਟਰ ਆਫਟਰ ਏ ਲੌਂਗ ਟਾਈਮ। ਜਦੋਂ ਬਹੁਤ ਸਾਰੇ ਟਾਈਮ ਤੋਂ ਬਾਅਦ ਨਰੇਟਰ ਨੂੰ ਹਸਨ ਮਿਲਿਆ ਤਾਂ ਉਸ ਵੇਲੇ ਹਸਨ ਦੀ ਉਮਰ ਕਿੰਨੀ ਸੀ, ਹੀ ਵਾਜ਼ 35 ਈਅਰਸ ਓਲਡ। ਉਦੋਂ ਉਹਦੀ ਉਮਰ 35 ਸਾਲ ਸੀ। ਨੈਕਸਟ ਹੈ ਵਟ ਵਾਜ਼ ਫਿਲਿਪ ਟੂ ਪਲੇ ਇਨ ਦ ਕੌਂਸਰਟ। ਕੌਂਸਰਟ ਹੁੰਦਾ ਸੰਗੀਤ ਸਮਾਰੋਹ। ਸੰਗੀਤ ਸਮਾਰੋਹ ਦੇ ਵਿੱਚ ਫਿਲਿਪ ਨੇ ਕਿਹੜਾ ਇੰਸਟਰੂਮੈਂਟ ਵਜਾਉਣਾ ਸੀ, ਕੀ ਵਜਾਉਣਾ ਸੀ, ਤਾਂ ਸਾਡਾ ਆਨਸਰ ਹੈ ਵਾਇਲਨ। ਉਸਨੇ ਵਾਇਲਨ ਵਜਾਉਣੀ ਸੀ, ਆਪਸ਼ਨ ਏ। ਹੂ ਗੇਵ ਏ ਸ਼ਰਟ ਟੂ ਫਿਲਿਪ ਫॉर ਦ ਕੌਂਸਰਟ। ਕੌਂਸਰਟ ਦੇ ਲਈ, ਸੰਗੀਤ ਸਮਾਰੋਹ ਦੇ ਲਈ ਫਿਲਿਪ ਨੂੰ ਸ਼ਰਟ ਕਿਹਨੇ ਦਿੱਤੀ ਸੀ, ਮਿਸਿਜ਼ ਐਸਪੂਟਾ, ਵਾਈਫ ਆਫ ਹਿਜ਼ ਮਿਊਜ਼ਿਕ ਟੀਚਰ। ਉਹਦੇ ਮਿਊਜ਼ਿਕ ਟੀਚਰ ਦੀ ਵਾਈਫ ਮਿਸਿਜ਼ ਐਸਪੂਟਾ ਨੇ ਦਿੱਤੀ ਸੀ, ਆਪਸ਼ਨ ਡੀ। ਵਟ ਵਾਜ਼ ਦ ਬ੍ਰੈਂਡ ਆਫ ਥਾਮਸਜ਼ ਕਾਰ। ਥਾਮਸ ਦੀ ਕਾਰ ਦਾ ਬ੍ਰੈਂਡ ਕੀ ਸੀ, ਉਹ ਸੀਗਾ ਫਰਾਰੀ, ਏ ਆਪਸ਼ਨ। ਨੈਕਸਟ ਹੈ ਦ ਮਨੀ ਲੈਂਡਰ ਵਾਜ਼ ਓਲਡ ਐਂਡ ਅਗਲੀ। ਉਹ ਬਜ਼ੁਰਗ ਵੀ ਸੀ ਅਤੇ ਭੱਦਾ ਵੀ ਸੀ। ਨੈਕਸਟ ਹੈ ਦ ਆਊਥਰ ਆਫ ਔਨ ਸੇਇੰਗ ਪਲੀਜ਼ ਇਜ਼ ਏ ਜੀ ਗਾਰਡੀਨਰ, ਏ ਆਪਸ਼ਨ। ਕੁਐਸਚਨ ਨੰਬਰ 18 ਦ ਲਿਫਟ ਮੈਨ ਥਰੂ ਅ ਪੈਸੇਂਜਰ ਆਊਟ ਆਫ ਦ ਲਿਫਟ। ਲਿਫਟ ਮੈਨ ਨੇ ਇੱਕ ਪੈਸੇਂਜਰ ਨੂੰ ਲਿਫਟ ਵਿੱਚੋਂ ਬਾਹਰ ਸੁੱਟ ਦਿੱਤਾ। ਨੈਕਸਟ ਹੈ ਰੀਡ ਦ ਲਾਈਨਸ ਗਿਵਨ ਬਿਲੋ ਐਂਡ ਆਨਸਰ ਦ ਕੁਐਸਚਨਸ ਦੈਟ ਫਾਲੋ। ਆਪਾਂ ਨੂੰ ਲਾਈਨਸ ਦਿੱਤੀਆਂ, ਇਹਨਾਂ ਨੂੰ ਪੜ੍ਹ ਕੇ ਆਪਾਂ ਨੀਚੇ ਲਿਖੇ ਕੁਐਸਚਨਸ ਦੇ ਆਨਸਰ ਦੇਣੇ ਆ। ਆਈ ਐਮ ਦ ਬੀਮ ਦੈਟ ਹੋਲਡਸ ਯੂਅਰ ਹਾਊਸ, the board of your table, the bed on which you lie, and the timber that built your boat। ਤਾਂ ਆਪਾਂ ਨੇਮ ਦਾ ਪੋਇਮ ਦੱਸਣਾ ਹੈ। ਇਹ ਪੋਇਮ ਦਾ ਨਾਮ ਹੈ ਪ੍ਰੇਅਰ ਆਫ ਦ ਵੁੱਡਸ। ਨੈਕਸਟ ਹੈ ਨੇਮ ਦਾ ਪੋਇਟ ਆਫ ਦਿਸ ਪੋਇਮ। ਤਾਂ ਇਸ ਪੋਇਮ ਦਾ ਪੋਇਟ ਅਨੋਨਿਮਸ ਹੈ, ਇਹਦਾ ਕੋਈ ਨਾਮ ਨਹੀਂ ਹੈ। ਕੁਐਸਚਨ ਨੰਬਰ 21 ਆਈ ਇਨ ਦ ਫਸਟ ਲਾਈਨ ਇਜ਼ ਏ ਟਰੀ। ਨੈਕਸਟ ਇਜ਼ ਦ ਬੋਟ ਇਜ਼ ਮੇਡ ਆਫ ਟਿੰਬਰ, ਏ ਆਪਸ਼ਨ। ਟਿੰਬਰ ਹੁੰਦਾ ਲੱਕੜੀ। ਨੈਕਸਟ ਹੈ 23 ਨੰਬਰ ਦ ਵਰਸਟ ਡੇ ਇਨ ਦ ਸਕੂਲ ਵਾਜ਼ ਦ ਬਲਾਈਂਡ ਡੇ। ਬੱਚਿਆਂ ਨੂੰ ਬਲਾਈਂਡ ਡੇ ਸਭ ਤੋਂ ਜ਼ਿਆਦਾ ਮੁਸ਼ਕਿਲ ਲੱਗਦਾ ਸੀ। ਉਸ ਦਿਨ ਬੱਚੇ ਕਹਿੰਦੇ ਸੀ ਸਾਡਾ ਸਿਰ ਦੁਖਣ ਲੱਗ ਜਾਂਦਾ ਹੈ। ਨਾਲ ਹੀ ਉਹ ਇਹ ਵੀ ਫੀਲ ਕਰਦੇ ਸੀ
कि किते ਉਹ ਹੁਣੇ ਡਿੱਗੇ ਕਿਸੇ ਨਾਲ ਟਕਰਾ ਕੇ। ਤਾਂ ਕੁਐਸਚਨ ਨੰਬਰ 24, ਮਿਲੀ ਵਾਜ਼ ਦ ਹੈਡ ਗਰਲ ਆਫ ਦ ਸਕੂਲ। ਨੈਕਸਟ ਹੈ ਕਮੇਲੀਅਨ ਇਜ਼ ਏ ਟਾਈਪ ਆਫ ਲਿਜ਼ਰਡ। ਕਮੇਲੀਅਨ ਜੋ ਗਿਰਗਿਟ ਹੁੰਦੀ ਹੈ, ਇੱਕ ਤਰ੍ਹਾਂ ਦੀ ਛਿਪਕਲੀ ਟਾਈਪ ਹੁੰਦੀ ਆ ਉਹ। ਵਟ ਵਾਜ਼ ਦ ਜਨਰਲਜ਼ ਨੇਮ। ਜਨਰਲ ਦਾ ਨਾਮ ਸੀਗਾ ਜਿਗਾਲੋਵ, ਏ ਆਪਸ਼ਨ। ਵਟ ਵਾਜ਼ ਰਿਓਕੁਨਜ਼ ਪ੍ਰੋਫੈਸ਼ਨ। ਰਿਓਕੁਨ ਕੀ ਕੰਮ ਕਰਦਾ ਸੀ, ਕਿੱਤੇ ਤੋਂ ਉਹਦਾ ਕਿੱਤਾ ਕੀ ਸੀ, ਉਹ ਸੀਗਾ ਗੋਲਡ ਸਮਿਥ, ਸੁਨਿਆਰਾ ਸੀ, ਏ ਆਪਸ਼ਨ। ਕੁਐਸਚਨ ਨੰਬਰ 28, ਵਟ ਵਾਜ਼ ਭੋਲੀਜ਼ ਰੀਅਲ ਨੇਮ। ਭੋਲੀ ਦਾ ਅਸਲੀ ਨਾਮ ਕੀ ਸੀ, ਸੁਲੇਖਾ। ਡੈਸ਼ ਵਾਜ਼ ਭੋਲੀਜ਼ ਫਾਦਰ। ਰਾਮ ਲਾਲ ਭੋਲੀ ਦਾ ਫਾਦਰ ਸੀ। ਨੈਕਸਟ ਹੈ ਭੋਲੀਜ਼ ਟੀਚਰ ਗੇਵ ਹਰ ਏ ਬੁੱਕ। ਭੋਲੀ ਦੀ ਟੀਚਰ ਨੇ ਉਹਨੂੰ ਇੱਕ ਬੁੱਕ ਦਿੱਤੀ। ਨੈਕਸਟ ਕੁਐਸਚਨ 31 to 40 ਆਰ ਬੇਸਡ ਔਨ ਗ੍ਰਾਮਰ ਐਂਡ ਟਰਾਂਸਲੇਸ਼ਨ। ਜਿਹੜੇ ਇਸ ਤੋਂ ਅੱਗੇ 31 ਤੋਂ ਲੈ ਕੇ 40 ਤੱਕ ਕੁਐਸਚਨਸ ਹੈ ਉਹ ਗ੍ਰਾਮਰ ਅਤੇ ਟਰਾਂਸਲੇਸ਼ਨ 'ਤੇ ਬੇਸਡ ਹੈ। ਸੋ ਆਪਾਂ ਡਿਸਕਸ ਕਰਦੇ ਹਾਂ। ਕੁਐਸਚਨ ਨੰਬਰ 31, ਯੂ ਆਰ ਰਾਈਟ। ਤੁਸੀਂ ਠੀਕ ਹੋ, ਏ ਆਪਸ਼ਨ। ਕੁਐਸਚਨ ਨੰਬਰ 35, ਗਿਵ ਮੀ ਡੈਸ਼ ਮੋਰ ਜੂਸ। ਤਾਂ ਬੇਟਾ ਇੱਥੇ ਆਪਣੀ ਆਪਸ਼ਨ ਲੱਗੇਗੀ ਡੀ, ਸਮ ਲੱਗੇਗਾ। ਰੀਜ਼ਨ ਕੀ ਹੈ, ਮੈਨੀ ਤੇ ਅਫਿਊ ਤਾਂ ਸ਼ੇਰੂ ਦੇ ਵਿੱਚ ਹੀ ਕੱਟ ਜਾਣਗੇ। ਰੀਜ਼ਨ ਕੀ ਹੈ ਕਿ ਇਹ ਕਾਊਂਟੇਬਲ ਚੀਜ਼ਾਂ ਦੇ ਨਾਲ ਲੱਗਦੇ ਹੈ, ਪਰ ਜਿਹੜਾ ਜੂਸ ਆ ਉਹ ਕਾਊਂਟੇਬਲ ਨਹੀਂ ਹੈ, ਤਾਂ ਆਪਾਂ ਲਗਾਵਾਂਗੇ ਸਮ। ਮੋਰ ਨਾਲ ਮੋਰ ਲੱਗੇਗਾ ਹੀ ਨਹੀਂ, ਤਾਂ ਸਾਡੀ ਆਪਸ਼ਨ ਸਮ। ਸ਼ੀ ਇਜ਼ ਪ੍ਰਾਊਡ ਆਫ ਹਰ ਬਿਊਟੀ। ਸ਼ੀ ਦੇ ਅਕੋਰਡਿੰਗਲੀ ਇੱਥੇ ਅਸੀਂ ਵਰਡ ਹਰ ਲਗਾਉਣਾ ਹੈ। ਕੁਐਸਚਨ ਨੰਬਰ 37, ਸ਼ੀ ਸੈਂਗ ਏ ਮੈਲਡੀਸ਼ੀਅਸ ਸੌਂਗ। ਚੇਂਜ ਇਨਟੂ ਕੰਪਲੈਕਸ ਸੈਂਟੈਂਸ। ਆਪਾਂ ਇਸਦਾ ਕੰਪਲੈਕਸ ਸੈਂਟੈਂਸ ਬਣਾਉਣਾ ਹੈ, ਤਾਂ ਆਪਣਾ ਆਨਸਰ ਬਣੇਗਾ ਸ਼ੀ ਸੈਂਗ ਏ ਸੌਂਗ ਦੈਟ ਵਾਜ਼ ਮੈਲਡੀਸ਼ੀਅਸ। ਉਹਨੇ ਇੱਕ ਗੀਤ ਗਾਇਆ ਜਿਹੜਾ ਕਿ ਬਹੁਤ ਮਧੁਰ ਸੀ, ਆਪਸ਼ਨ ਬੀ। ਨੈਕਸਟ ਇਜ਼ ਹੀ ਇਜ਼ ਟੂ ਵੀਕ ਟੂ ਵਾਕ। ਇਹਨੂੰ ਆਪਾਂ ਰੀਰਾਈਟ ਕਰਨਾ ਹੈ ਸੋ ਅਤੇ ਦੈਟ ਲਗਾ ਕੇ। ਜਦੋਂ ਆਪਾਂ ਸੋ ਅਤੇ ਦੈਟ ਲਗਾਵਾਂਗੇ ਆਹ ਟੂ ਅਤੇ ਆਹ ਟੂ ਰਿਮੂਵ ਹੋਣੇ ਹੈ, ਤਾਂ ਸਾਡਾ ਆਨਸਰ ਬਣੇਗਾ ਹੀ ਇਜ਼ ਸੋ ਵੀਕ ਦੈਟ ਹੀ ਕੈਨ ਨਾਟ ਵਾਕ। ਇਹ ਆਪਸ਼ਨ ਜਿਹੜੀ ਹੈ ਉਹ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 39, ਮਾਈ ਫਾਦਰ ਸੈਡ ਟੂ ਮੀ ਟੇਕ ਕੇਅਰ ਆਫ ਯੂਰ ਹੈਲਥ। ਆਪਾਂ ਨਰੇਸ਼ਨ ਚੇਂਜ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਸੈਂਟੈਂਸ ਦੀ ਟਾਈਪ ਦੇਖਣੀ ਹੈ। ਇਹ ਇੰਪੈਰੇਟਿਵ ਸੈਂਟੈਂਸ ਹੈ, ਸੋ ਆਪਾਂ ਯੂਜ਼ ਕਰਾਂਗੇ ਮਾਈ ਫਾਦਰ ਐਡਵਾਈਜ਼ਡ ਮੀ ਟੂ ਟੇਕ ਕੇਅਰ ਆਫ ਮਾਈ ਹੈਲਥ, ਆਪਸ਼ਨ ਡੀ। ਨੈਕਸਟ ਇਜ਼ ਦ ਟੀਚਰ ਸੈਡ ਟੂ ਦ ਬॉय ਵਾਈ ਆਰ ਯੂ ਲੇਟ। ਤਾਂ ਇਸ ਵਿੱਚ ਕੁਐਸਚਨ ਪੁੱਛਿਆ ਗਿਆ ਤਾਂ ਆਪਾਂ ਵਰਡ ਲਗਾਵਾਂਗੇ ਸੈਡ ਟੂ ਨੂੰ ਹਟਾ ਕੇ ਆਸਕਡ। ਦ ਟੀਚਰ ਆਸਕਡ ਦ ਬॉय, ਵਾਈ ਇੱਦਾਂ ਹੀ ਲੱਗਣਾ ਹੈ, ਵਾਈ ਹੀ, ਯੂ ਨੂੰ ਆਪਾਂ ਬॉय ਨਾਲ ਚੇਂਜ ਕੀਤਾ, ਵਾਈ ਹੀ, ਆਰ ਨੂੰ ਆਪਾਂ V1 ਨੂੰ V2 'ਚ ਕੀਤਾ, ਵਾਈ ਹੀ ਵਾਜ਼ ਲੇਟ। ਤਾਂ ਸਾਡੀ ਆਪਸ਼ਨ ਆ ਰਹੀ ਹੈ ਡੀ, ਦ ਟੀਚਰ ਆਸਕਡ ਦ ਬॉय ਵਾਈ ਹੀ ਵਾਜ਼ ਲੇਟ। ਤਾਂ ਡੀਅਰ ਸਟੂਡੈਂਟਸ, ਆਈ ਹੋਪ ਤੁਹਾਨੂੰ ਇਹ ਸਾਰੇ ਕੁਐਸਚਨਸ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ। ਪੂਰਾ ਪੇਪਰ ਤੁਸੀਂ ਅੱਛੀ ਤਰ੍ਹਾਂ ਰਿਵਾਈਜ਼ ਕਰੋ। ਆਈ ਹੋਪ all of you will be able to get 100% marks in your final exam. All the best. Thank you. Have a nice day.